ਹੂੰ। ਜੀ ਆਇਆਂ ਨੂੰ ਜੀ। ਇਹ ਕਰੋਨਾ ਮਹਾਰਾਜ ਨੇ ਸਾਨੂੰ ਆਪੋ ਆਪਣੇ ਘਰਾਂ 'ਚ ਬਿਠਾ ਕੇ ਉਹਨੇ ਕੈਸੋ ਜੀਆਂ ਨਵੀਆਂ ਚੀਜ਼ਾਂ ਦੀ ਆਦਤ ਪਾ ਦਿੱਤੀ ਹੈ ਕਿ ਮੈਂ ਖੁਦ ਵੀ ਬੜਾ ਤਾਂਗ ਰੱਖਣ ਲੱਗ ਪਿਆ ਕਿ ਕਦੋਂ 3 ਵਜਣ ਤੇ ਮੈਂ ਕਦੋਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂ। ਮੋਸਟਲੀ ਤਾਂ ਮੈਂ ਆਪਣੇ ਨਾਲ ਹੀ ਕਰ ਰਿਹਾ ਵਾਂ। ਤੁਸੀਂ ਤੇ ਉਹਦੇ ਵਿੱਚ ਬੜੇ ਮੈਂ ਧੰਨਵਾਦੀ ਹਾਂ ਕਿ ਤੁਸੀਂ ਉਹਨੂੰ ਜਿਹੜੇ ਸੁਣਦੇ ਪਏ ਹੋ। ਕੱਲ੍ਹ ਅਸੀਂ ਗੱਲ ਪਹੁੰਚਾਈ ਸੀ ਕਿ ਸਾਡੇ ਸਰਵਾਈਵਲ ਮੈਕੈਨਿਜ਼ਮ ਜਿਉਂਦੇ ਰਹਿਣ ਦੇ ਜਿਹੜੇ ਤਰੀਕੇ ਨੇ ਜਾਂ ਜਿੰਨੀ ਜਿਉਂਦੇ ਰਹਿਣ ਦੀ ਕਪੈਸਿਟੀ ਹੈ ਸਾਡੀ ਉਹਦੇ ਵਿੱਚ ਐਬਿਲਿਟੀ ਹੈ, ਉਹਨੂੰ ਅਸੀਂ ਵਿਗਿਆਨ ਦੀ ਭਾਸ਼ਾ 'ਚ ਇੱਕ ਤਰੀਕੇ ਦੀ ਹੋਮਿਓਡਾਇਨੈਮਿਕ ਸਪੇਸ ਕਹਿੰਦੇ ਹਾਂ, ਜਿਹੜੀ ਕਿ ਜਿਉਣ ਦੇ ਤਰੀਕਿਆਂ ਨੂੰ ਬਣਾਉਂਦੀ ਹੈ, ਜਿਹਦੇ ਵਿੱਚ ਮੇਨਟੇਨੈਂਸ ਐਂਡ ਰਿਪੇਅਰ ਸਾਂਭ ਸੰਭਾਲ ਦੇ ਤਰੀਕੇ ਬੜੇ ਬੜੇ ਇੰਪੋਰਟੈਂਟ ਨੇ। ਇੰਜ ਇੱਕ ਦੂਜਾ ਆਸਪੈਕਟ ਉਹਦਾ ਕਿ ਸਟ੍ਰੈਸ ਰਿਸਪੌਂਸ, ਕਿ ਜਦੋਂ ਸਾਡੇ ਅੰਦਰੋਂ ਤੇ ਬਾਹਰੋਂ ਸਟ੍ਰੈਸ ਆਉਂਦੀ ਹੈ, ਪਹਿਲੇ ਖਾਸ ਕਰਕੇ ਬਾਇਓਲੋਜੀਕਲ ਸਟ੍ਰੈਸ, ਉਹਨੂੰ ਅਸੀਂ ਕਿਵੇਂ ਟੋਲਰੇਟ ਕਰਦੇ ਹਾਂ, ਸਹਿ ਸਕਦੇ ਹਾਂ, ਉਸ ਤੋਂ ਨਿਕਲ ਸਕਦੇ ਹਾਂ। ਸੋ ਹੋਮਿਓਡਾਇਨੈਮਿਕ ਸਪੇਸ। ਇੱਕ ਜਿਹੜੀ ਮੈਂ ਗੱਲ ਕੀਤੀ ਸੀ ਕਿ ਸਾਡੇ ਕੋਈ ਜੀਨਸ ਨਹੀਂ ਹੁੰਦੇ ਸਾਨੂੰ ਮਾਰਨ ਵਾਲੇ, ਉਹਦਾ ਮਤਲਬ ਇਹ ਨਹੀਂ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੀਨਸ ਦਾ ਰੋਲ ਨਹੀਂ ਹੈਗਾ। ਇਹ ਕਈ ਵਾਰ ਮਿਸਅੰਡਰਸਟੈਂਡਿੰਗ ਹੋ ਸਕਦੀ ਹੈ ਕਿ ਸੁਰੇਸ਼ ਕਹਿ ਰਿਹਾ ਕਿ ਜੀਨਸ ਦਾ ਏਜਿੰਗ ਦੇ ਵਿੱਚ ਤੇ ਉਮਰ ਦੀ ਲੰਬਾਈ 'ਚ ਕੋਈ ਰੋਲ ਨਹੀਂ। ਰੋਲ ਹੈਗਾ, ਪਰ ਉਹ ਰੋਲ ਹੈਗਾ ਵੈ ਸਾਨੂੰ ਜਿਉਣ ਰੱਖਣ ਵਾਲੇ ਜੀਨਾਂ ਦਾ, ਕਿਉਂਕਿ ਮਾਰਨ ਵਾਲੇ ਜੀਨ ਨਹੀਂ ਹੈਗੇ, ਪਰ ਜਿਉਣ ਵਾਲੇ ਜੀਨ ਜਿਹੜੇ ਨੇ, ਜਿਉਂਦੇ ਰੱਖਣ ਵਾਲੇ ਜੀਨ ਜਿਹੜੇ ਨੇ, ਉਹ ਜਿਵੇਂ ਕੱਲ੍ਹ ਗੱਲ ਕੀਤੀ, ਉਹ ਪਰਫੈਕਟ ਨਹੀਂ। ਉਹ ਸਪੀਸੀਜ਼ ਦੇ ਐਸੈਂਸ਼ੀਅਲ ਲਾਈਫ ਸਪੈਨ, ਜਿਹੜੀ ਲੋੜੀਂਦੀ ਜ਼ਿੰਦਗੀ ਹੈ, ਉਹਦੇ ਅਨੁਸਾਰ ਈਵੋਲੂਸ਼ਨ 'ਚ ਉਹਨਾਂ ਦਾ ਵਿਕਾਸ ਹੋਇਆ, ਪਰ ਉਸ ਤੋਂ ਬਾਅਦ ਉਹਦਾ ਵਿੱਚ ਗੜਬੜ ਹੋਣ ਦੇ ਜ਼ਿਆਦਾ ਚਾਂਸਸ ਵੱਧ ਜਾਂਦੇ ਨੇ। ਪਰ ਕੋਈ ਇਹੋ ਜਿਹਾ ਜੀਨ ਸਵਿਚ ਔਨ ਨਹੀਂ ਹੁੰਦਾ ਕਿ ਜਿਹੜਾ ਫਿਰ ਮਾਰਨ ਦੇ ਪ੍ਰੋਸੈਸ ਨੂੰ ਸ਼ੁਰੂ ਕਰਦਾ। ਸੋ ਇਹ ਗੱਲ ਨੂੰ ਬਾਰ-ਬਾਰ ਕਹਿਣਾ ਬੜਾ ਜ਼ਰੂਰੀ ਹੈ, ਕਿਉਂਕਿ ਇਹਦੇ ਇੰਪਲੀਕੇਸ਼ਨਸ ਬਾਅਦ ਵਿੱਚ ਬੜੀਆਂ ਕਲੀਅਰ ਹੋਣਗੀਆਂ ਕਿ ਵੀ ਹੋਮਿਓਡਾਇਨੈਮਿਕ ਸਪੇਸ ਜਿਹੜੀ ਹੈ, ਉਹ ਜਿਹੜੀ ਬਣਦੀ ਹੈ, ਉਹਦੀ ਸ਼ੁਰੂਆਤ ਤੇ ਸਾਡੇ ਮਾਂ ਦੇ ਗਰਭ ਦੇ ਵੇਲੇ ਹੀ ਸ਼ੁਰੂ ਹੋ ਜਾਂਦੀ ਹੈ ਕਿ ਉੱਥੇ ਕਿਹੜੇ ਬਾਈ ਚਾਂਸ ਸਾਨੂੰ ਕਿਹੋ ਜਿਹੇ ਜੈਨੇਟਿਕ ਐਲੀਮੈਂਟ ਜੀਨਸ ਮਿਲੇ ਮਾਂ ਕੋਲੋਂ ਤੇ ਪਿਓ ਕੋਲੋਂ। ਮਾਂ ਦੇ ਵਿੱਚ ਉਹਦੀ ਰੀਪਰੋਡਕਟਿਵ ਏਜ ਦੇ ਵਿੱਚ ਕਿਸੇ ਔਰਤ ਦੇ ਕੋਲ ਕੋਈ 3-4 ਹਜ਼ਾਰ ਅੰਡੇ ਜਾਂ ਐਗਜ਼ ਹੁੰਦੇ ਨੇ, ਉਹਨਾਂ ਵਿੱਚੋਂ ਕਿਹੜਾ ਐਗ ਉਸ ਮਹੀਨੇ ਵਿੱਚੋਂ ਮੈਚਿਓਰ ਹੋ ਕੇ ਬਾਈ ਚਾਂਸ ਤਿਆਰ ਹੁੰਦਾ, ਜਿਹਦੇ 'ਚ ਲੱਖਾਂ ਸਪਰਮਸ ਦੇ ਵਿੱਚੋਂ ਇੱਕ ਜਿਹੜਾ ਜਾ ਕੇ ਉਹਦਾ ਸਮਿਸ਼ਰਣ ਹੁੰਦਾ। ਸੋ ਜੈਨੇਟਿਕਸ ਦਾ ਰੋਲ ਤੇ ਹੈਗਾ, ਪਰ ਉਹ ਸਾਡੇ ਸਰਵਾਈਵਲ ਮੈਕੈਨਿਜ਼ਮਸ ਦੇ ਨਾਲ ਹੈ ਤੇ ਉਹ ਪਿਓਰਲੀ ਚਾਂਸ ਦਾ ਇਵੈਂਟ ਹੈ। ਉਹਦੇ ਬਾਰੇ ਚਾਂਸ ਕੀ ਹੁੰਦਾ ਵੈ ਵਿਗਿਆਨ 'ਚ, ਉਹਦੀ ਵੀ ਗੱਲ ਆਏਗੀ ਕਿਸੇ ਅਗਲੇ ਲੈਕਚਰ ਦੇ ਵਿੱਚ। ਹਾਂਜੀ, ਸੋ ਉਹ ਜਿਹੜੀ ਹੋਮਿਓਡਾਇਨੈਮਿਕ ਸਪੇਸ ਹੈ, ਜਿਹਦੇ ਜੀਨਸ ਦੇ ਉੱਤੇ ਹੀ ਆਧਾਰਿਤ ਹੈ। ਸਾਡੇ ਸਰੀਰ 'ਚ ਮਨੁੱਖੀ ਸਪੀਸੀਜ਼ ਦੇ ਹੋਮੋਸੇਪੀਅਨਸ ਦੇ ਵਿੱਚ ਇਹ ਕਿਆਸ ਕੀਤਾ ਜਾਂਦਾ ਹੈ ਕਿ ਕੋਈ 23,456 ਜੀਨਸ ਹੈਗੇ ਨੇ। ਇਹ ਆਮ ਤੌਰ 'ਤੇ ਨਾ ਐਵਰੇਜ ਉਹ ਰੇਂਜ ਦੇ ਦਿੱਤੀ ਹੈ 20 ਤੋਂ 25,000, ਮੈਂ ਉਹਨੂੰ ਬੜਾ ਪ੍ਰਸਾਈਜ਼ ਕਰ ਦਿੰਦਾ ਹੁੰਦਾ, 23,456। ਉਹਨਾਂ ਵਿੱਚੋਂ ਕਈ ਹਜ਼ਾਰ ਜੀਨ ਸਾਡੇ ਸਾਂਭ ਸੰਭਾਲ ਦੇ ਤਰੀਕਿਆਂ ਨਾਲ ਸੰਬੰਧਿਤ ਰੱਖਦੇ ਨੇ। ਹੁਣ ਉਹ ਜੈਨੇਟਿਕਸ ਦਾ ਰੋਲ ਤੇ ਹੈਗਾ, ਤੇ ਉਹ ਮੰਨਿਆ ਜਾਂਦਾ ਕਿ 25% ਹੈਗਾ ਕਿ ਜੇ ਤੁਹਾਨੂੰ ਚੰਗੇ ਜੀਨ ਆਪਣੇ ਮਾਂ ਪਿਓ ਤੋਂ ਮਿਲੇ ਨੇ, ਜਾਂ ਜੇ ਮਾਂ ਪਿਓ ਤੇ ਤੁਹਾਡੇ ਦਾਦੇ ਨਾਨਿਆਂ ਦੀ ਉਮਰ ਬੜੀ ਲੰਬੀ ਰਹੀ ਹੈ, ਤੇ 25% ਤੁਹਾਨੂੰ ਐਡਵਾਂਟੇਜ ਹੈਗਾ ਕਿ ਤੁਹਾਡੀ ਵੀ ਉਮਰ ਸ਼ਾਇਦ ਲੰਬੀ ਰਵੇ। ਪਰ ਇਹਦਾ ਮਤਲਬ ਕਿ 75% ਜਿਹੜੀ ਸਾਡੀ ਜ਼ਿੰਦਗੀ ਹੈ, ਸਾਡਾ ਬੁਢੇਪਾ ਹੈ, ਉਹ ਸਾਡੇ ਆਪਣੇ ਰਹਿਣ ਸਹਿਣ ਦੇ ਉੱਤੇ, ਆਪਣੇ ਐਪੀਜੈਨੇਟਿਕ ਜਿਹਨੂੰ ਕਹੀਦਾ ਕਿ ਜੀਨਸ ਤੋਂ ਉੱਪਰ ਦੇ ਲੈਵਲ ਦੇ ਕਾਰਨਾਂ ਕਰਕੇ ਬਣਦਾ। ਸੋ ਜਿਵੇਂ ਮੈਂ ਪਹਿਲੇ ਕੱਲ੍ਹ ਵੀ ਦੱਸਿਆ ਸੀ ਕਿ ਮਾਂ ਦੇ ਗਰਭ ਦੇ ਵਿੱਚ ਸਾਡੀ ਕੀ ਡਿਵੈਲਪਮੈਂਟ ਹੋਈ, ਸਾਨੂੰ ਕਿਸ ਕਿਸਮ ਦੀ ਨਿਊਟ੍ਰੀਸ਼ਨ ਮਿਲੀ, ਸਾਡੀ ਮਾਂ ਦੀ ਇਵਨ ਮਾਨਸਿਕ ਅਵਸਥਾ ਕੀ ਸੀ, ਉਹਦੀ ਬਾਕੀ ਸਰੀਰਕ ਹਾਲਤ ਕਿਹੋ ਜਿਹੀ ਸੀ, ਉਹਦੇ ਅਸਰ ਜਿਹੜੇ ਨੇ ਬੜੀ ਦੇਰ ਵਿੱਚ, ਕਈ ਵਾਰ 20 ਸਾਲ 30 ਸਾਲ 40 ਸਾਲ 50 ਸਾਲ ਦੀ ਉਮਰ ਤੱਕ ਜਾ ਕੇ ਉਸ ਤੋਂ ਵੀ ਬਾਅਦ ਦਿਖਾਈ ਦਿੰਦੇ ਨੇ। ਇਹਨਾਂ ਵਿੱਚੋਂ ਜਿਵੇਂ ਡਾਇਬੀਟੀਜ਼ ਹੈ, ਉਹਦੇ ਵਿੱਚ ਇਸ ਕਿਸਮ ਦਾ ਜੈਨੇਟਿਕ ਰੋਲ ਬੜਾ ਹੀ ਇੰਪੋਰਟੈਂਟ ਹੈ। ਜਿਵੇਂ ਹੁਣ ਮੈਂ 65 ਦਾ, ਪਰ ਮੈਨੂੰ ਇਹ ਜਿਹੜੀ ਟਾਈਪ 2 ਡਾਇਬੀਟਿਸ ਹੈ, ਜਿਹਨੂੰ ਅਸੀਂ ਉਮਰ ਦੇ ਨਾਲ ਜੁੜੀ ਹੋਈ ਸ਼ੱਕਰ ਰੋਗ ਕਹਿੰਦੇ ਆ, ਸ਼ੂਗਰ ਦੀ ਬਿਮਾਰੀ, ਉਹ ਮੈਨੂੰ ਪਿਛਲੇ 10 ਕੁ ਸਾਲ ਤੋਂ ਹੈਗੀ ਹੈ। ਪਰ ਉਹਦੇ ਅੱਜ ਕੱਲ੍ਹ ਦੀ ਨਵੀਂ ਟੈਕਨੋਲੋਜੀ, ਨਵੀਆਂ ਦਵਾਈਆਂ, ਮੈਟਫੋਰਮਿਨ ਦੇ ਸਾਰੇ ਐਕਸਰਸਾਈਜ਼ ਨਾਲ, ਬਾਕੀ ਗਿਆਨ ਨਾਲ ਉਹ ਬੜੀ ਕਾਬੂ 'ਚ ਰਹਿੰਦੀ ਹੈ। ਪਰ ਇਹੀ ਜਿਹੜੀ ਬਿਮਾਰੀ ਸੀ, ਉਹ ਅੱਜ ਤੋਂ 8 ਸਾਲ ਪਹਿਲੇ ਮੇਰੀ ਭੈਣ ਦੀ ਛੋਟੀ ਭੈਣ ਜਿਹੜੀ ਸੰਨਿਆਸਣ ਸੀ, ਪਵਨ ਸ਼ਿਵਾਨੀ,
ਉਹਦੀ ਮੌਤ ਦਾ ਕਾਰਨ ਬਣ ਗਈ, ਕਿਉਂਕਿ ਉਹਨੇ ਕੋਈ ਬਹੁਤੀ ਪਰਵਾਹ ਨਹੀਂ ਕੀਤੀ। ਅੱਜ ਅਸਲ 'ਚ ਉਹਦਾ 22 ਅਪ੍ਰੈਲ ਉਹਦਾ 8ਵੀਂ ਬਰਸੀ ਹੈ। ਸੋ ਉਹ 54 ਸਾਲ ਦੀ ਹੋਈ ਸੀ। ਇੰਜੀ ਮੇਰੀ ਮਾਂ ਜਿਹੜੀ ਅੱਜ ਤੋਂ ਕੋਈ ਜਿਹੜੀ 1975 'ਚ ਉਹਨਾਂ ਦੀ ਡੈਥ ਹੋਈ, ਉਹ ਵੀ 54-55 ਸਾਲ ਦੇ ਸਨ। ਉਦੋਂ ਵੀ ਕੋਈ ਦਵਾਈਆਂ ਅੱਛੀਆਂ ਨਹੀਂ ਸੀ, ਕੋਈ ਉਹਨਾਂ ਨੇ ਆਪਣੀ ਪਰਵਾਹ ਨਹੀਂ ਸੀ ਕੀਤੀ। ਸੋ ਇਹ ਜਿਹੜੀ ਸਾਡੀ ਜ਼ਿੰਦਗੀ ਦੇ ਅਸਰ ਸ਼ੁਰੂ ਦੀ ਜੈਨੇਟਿਕਸ ਤੋਂ ਲੈ ਕੇ ਤੇ ਸਾਰੀ ਜ਼ਿੰਦਗੀ ਦੇ ਵਿੱਚ ਅਸੀਂ ਕਿਵੇਂ ਜਿਉਏ ਹਾਂ, ਹਾਂਜੀ, ਕਿਹੜੀਆਂ ਬਿਮਾਰੀਆਂ ਮੈਨੂੰ ਬਚਪਨ 'ਚ ਹੋਈਆਂ, ਕਈ ਵਾਰ 4-5 ਵਾਰ ਹਿੰਦੁਸਤਾਨ 'ਚ ਰਹਿੰਦੇ ਆ ਮਲੇਰੀਆ ਹੋਇਆ, ਕਿਸ ਕਿਸਮ ਦੇ ਭੋਜਨ ਖਾਧੇ, ਉਹਨਾਂ ਦੀ ਜਿਹੜੀ ਕੀਮਤ ਹੈ ਉਹ ਫਿਰ ਖਾਸ ਕਰਕੇ ਇਹ ਇਸੈਂਸ਼ੀਅਲ ਲਾਈਫ ਸਪੈਨ ਤੋਂ ਬਾਅਦ, ਜੇ ਮੈਂ ਬੁਢੇਪੇ 'ਚ ਜਿਉਂਦਾ ਪਿਆ ਜਿਵੇਂ ਮੈਂ ਹੁਣ ਹਾਂ, ਜੇ 45 ਸਾਲ ਤੋਂ ਬਾਅਦ ਦੀ ਉਮਰ, ਬੁਢੇਪੇ ਦੀ ਉਮਰ ਜਿਵੇਂ ਮੈਂ ਗੱਲ ਕੀਤੀ, ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਪੈਂਦਾ। ਹੁਣ ਇਹਦੇ ਵਿੱਚ ਜਿਹੜਾ ਬੁਢੇਪੇ ਦਾ ਲਫ਼ਜ਼ ਹੈ, ਇਹ ਤੋਂ ਡਰਦੇ ਬੜੇ ਆ, ਹਾਂਜੀ। ਕੋਈ ਵੀ ਆਪਣੇ ਆਪ ਨੂੰ ਬੁੱਢਾ ਕਹਾਉਣਾ ਨਹੀਂ ਚਾਹੁੰਦਾ। ਉਹ ਕਈ ਵਾਰ ਅਸਲ 'ਚ ਭਾਸ਼ਾ ਦਾ ਵੀ ਫਰਕ ਪੈਂਦਾ ਵੈ ਕਿ ਅੰਗਰੇਜ਼ੀ ਭਾਸ਼ਾ ਦੇ ਵਿੱਚ ਤੇ ਬੰਦਾ ਉਹ ਕਹਿ ਦਿੰਦਾ, ਓ ਹਾਊ ਓਲਡ ਆਰ ਯੂ, ਆਈ ਐਮ 65 years old and my granddaughter Maya Vidya is 3 years old and my newly born grandson, he is 2 weeks old। ਉਹ ਇਹ ਜਿਹੜਾ ਓਲਡ ਹੈ ਤੇ ਉਹ 65 ਸਾਲ ਵਾਲੇ ਓਲਡ ਦਾ ਬੜਾ ਫਰਕ ਹੈ। ਉਹਦੇ ਮਾਮਲੇ ਵਿੱਚ ਸਗੋਂ ਪੰਜਾਬੀ ਹਿੰਦੀ ਜ਼ਿਆਦਾ ਪ੍ਰਸਾਈਜ਼ ਰਹਿੰਦੀ ਹੈ ਕਿ ਬਈ ਮੈਂ ਇਹ ਕਹਿ ਸਕਦਾ ਕਿ ਹੁਣ ਮੇਰਾ ਪੋਤਰਾ ਜਿਹੜਾ ਹੈ ਉਹਨੇ ਕੱਲ੍ਹ 2 ਹਫ਼ਤੇ ਦਾ ਹੋਣਾ ਹੈ, ਮੇਰੀ ਜਿਹੜੀ ਪੋਤਰੀ ਹੈ ਉਹ 3.5 ਸਾਲ ਦੀ ਹੋ ਗਈ ਹੈ। ਪਰ ਕਈ ਯੂਰਪੀਅਨ ਭਾਸ਼ਾ 'ਚ, ਡੈਨਿਸ਼ 'ਚ ਵੀ ਇਹੀ ਪ੍ਰੋਬਲਮ ਆਉਂਦੀ ਹੈ ਕਿ ਉਹ ਗਾਮਲ ਆਦੂ, ਹਾਂਜੀ, ਹਾਊ ਓਲਡ ਆਰ ਯੂ, ਜੇ ਮੈਂ ਉਹਨੂੰ ਪੁੱਛਾਂ ਮਾਇਆ ਨੂੰ, ਤੇ ਮਾਇਆ ਕਹੇਗੀ ਓ ਯਾ ਚਾਹੋ ਹੈਲੋ ਆ ਗਾਮਲ। ਉਹ ਗਾਮਲ ਜਿਹੜੀ ਆ ਉਹ ਬੁੱਢੀ ਨਹੀਂ ਹੈ ਜਿਹੜੀ ਅਸੀਂ ਬੁਢੇਪੇ ਦੀ ਗੱਲ ਕਰ ਰਹੇ ਹਾਂ। ਸੋ ਬੁਢੇਪੇ ਦੀ ਜਿਹੜੀ ਅਸੀਂ ਗੱਲ ਕਰਦੇ ਨਾ, ਤੇ ਅਸੀਂ ਆਮ ਤੌਰ 'ਤੇ ਸਾਰੇ ਹੀ ਜਿੰਨੇ ਮਰਜ਼ੀ ਗਿਆਨੀ ਹੋਈਏ, ਵਿਦਵਾਨ ਹੋਈਏ, ਜੇ ਕੋਈ ਮੈਨੂੰ ਬੁੱਢਾ ਕਹਿ ਦੇਵੇ ਨਾ, ਤੇ ਪਹਿਲਾ ਰਿਐਕਸ਼ਨ ਤੇ ਮੇਰਾ ਇਹੋ ਕਹੋ, ਮੈਂ ਨਹੀਂ ਬੁੱਢਾ, ਤੂੰ ਹੁੰਦਾ ਕੌਣ ਹੈ ਕਹਿਣ ਵਾਲਾ। ਉਹ ਭਈ ਨਹੀਂ, ਉਹ ਬੁੱਢਾ, ਉਹ ਕਿਉਂਕਿ ਉਹਦੇ 'ਚ ਵੀ ਫਿਰ ਭਾਸ਼ਾ ਦੀ ਬੜੀ ਇੰਪੋਰਟੈਂਸ ਆ ਜਾਂਦੀ। ਮੈਨੂੰ ਬੁੱਢਾ ਕਿਹਾ ਹੈ ਕਿ ਮੈਨੂੰ ਬਜ਼ੁਰਗ ਕਿਹਾ ਹੈ ਕਿ ਮੈਨੂੰ ਸਿਆਣਾ ਕਿਹਾ। ਪਰ ਚਲੋ, ਪਰ ਅਸੀਂ ਸਪੌਂਟੇਨੀਅਸਲੀ ਉਹੀ ਏਜਿਜ਼ਮ ਵਰਤਦੇ ਹਾਂ। ਮੈਂ ਬੁੱਢਾ ਨਹੀਂ ਹਾਂ, ਮੈਂ ਜਵਾਨ ਹਾਂ, ਅੰਦਰੋਂ ਮੈਂ ਜਵਾਨ ਹਾਂ। ਕਿਉਂ ਬਈ? ਇਹ ਕਿਉਂ ਨਹੀਂ ਹਿੰਮਤ ਪੈਂਦੀ ਮੇਰੇ 'ਚ ਕਹਿਣ ਦੀ ਕਿ ਹਾਂ ਮੈਂ ਬੁੱਢਾ ਐਂਡ ਆਈ ਐਮ ਲੁਕਿੰਗ ਫਾਰਵਰਡ ਟੂ ਬਿਕਮ ਈਵਨ ਓਲਡਰ। ਮੈਂ ਹੋਰ ਵੀ ਬੁੱਢਾ ਹਾਲੀ ਹੋਣ ਨੂੰ ਜਿਹਨੂੰ ਕਿਹਾ ਉਡੀਕ ਰਿਹਾ ਵੀ ਉਹਦੇ ਕੋਈ ਫਾਇਦੇ ਹੈਗੇ ਨੇ। ਪਰ ਇਸ ਤੋਂ ਪਹਿਲਾਂ ਕਿ ਬੁਢੇਪਾ ਹੁੰਦਾ ਕੀ ਹੈ, ਉਹਦੇ ਵਿੱਚ ਕੀ ਕੀ ਸਾਡੀਆਂ ਆਉਂਦੀਆਂ, ਇਹ ਸਾਡਾ ਹੈ ਤੇ ਜ਼ਿੰਦਗੀ ਦੀ ਚੇਂਜ ਦੀ ਨਿਸ਼ਾਨੀ। ਤਬਦੀਲੀਆਂ ਤੇ ਹੋ ਰਹੀਆਂ ਹੁੰਦੀਆਂ, ਜਨਮ ਤੋਂ ਹੀ ਤਬਦੀਲੀਆਂ ਹੋ ਰਹੀਆਂ ਹੁੰਦੀਆਂ, ਪਰ ਪਹਿਲੇ ਜਿਹੜੇ 10-15 ਸਾਲ ਨੇ, ਉਹ ਤਬਦੀਲੀਆਂ ਜਿਹੜੀਆਂ ਹੋ ਰਹੀਆਂ ਨੇ ਉਹ ਸਾਨੂੰ ਬਣਾਉਣ ਦੇ ਰਸਤੇ ਦੀਆਂ ਤਬਦੀਲੀਆਂ, ਬਣਾਉਣ ਦੇ ਪ੍ਰੋਸੈਸ ਦੀਆਂ ਤਬਦੀਲੀਆਂ, ਤਾਂ ਕਿ ਇੱਕ ਰੀਪਰੋਡਕਟਿਵ ਏਜ, ਇੱਕ ਜਨਮ ਕਿਰਿਆ ਦੀ ਉਮਰ ਤੱਕ ਪਹੁੰਚਿਆ ਜਾ ਸਕੇ। ਪਰ ਜਿਹੜੀ ਫਿਰ ਬੁਢਾਪੇ ਵਾਲੀ ਉਮਰ ਹੈ, ਉਹਦੇ ਵਿੱਚ ਜਿਹੜੀਆਂ ਚੇਂਜਸ ਹੁੰਦੀਆਂ ਨੇ, ਉਹ ਆਮ ਤੌਰ 'ਤੇ ਸਾਰੀਆਂ ਹੀ ਡਾਊਨ ਹਿਲ ਨੇ, ਕਿ ਹੌਲੀ ਹੌਲੀ ਇੱਕ ਤਰ੍ਹਾਂ ਦੇ ਅਸੀਂ ਹੇਠਾਂ ਵੱਲ ਹੀ ਜਾ ਰਹੇ ਹਾਂ। ਕਈ ਵਾਰੀ ਮੈਂ ਆਪਣੀ ਕਲਾਸ ਵਿੱਚ ਪੜ੍ਹਾਉਂਦਿਆਂ ਹੋਇਆਂ ਵਿਦਿਆਰਥੀਆਂ ਨੂੰ ਕਹਿੰਦਾ ਹੁੰਦਾ, ਕਿਸੇ ਕਲਾਸ 'ਚ ਇੱਕ ਵਿਦਿਆਰਥੀ ਨੂੰ ਚੁਣ ਲਿਆ ਕਿ ਲੈ ਵੀ ਬਰਖੁਰਦਾਰ ਜਾਂ ਬੇਟੀ, ਤੂੰ ਇੱਥੋਂ ਨਾ 5 ਮੀਟਰ ਦੂਰ ਤੋਂ ਮੇਰੇ ਵੱਲ ਤੁਰ ਕੇ ਆ, ਇੱਕ ਬੁੱਢੇ ਦੀ ਐਕਟਿੰਗ ਕਰਦੇ ਹੋਏ, ਕਿ ਇੱਕ ਬੁੱਢਾ ਕਿਵੇਂ ਹੋਵੇਗਾ, ਕਿਵੇਂ ਤੁਰੇਗਾ ਇੱਕ ਬੁੱਢਾ, ਜੇ ਬੁੱਢੇ ਦੀ ਐਕਟਿੰਗ ਕਰਨੀ ਹੈ। ਉਹ ਐਕਟਿੰਗ ਦੀ ਐਗਜ਼ਾਮਪਲ ਮੈਂ ਇਸ ਲਈ ਵੀ ਵਰਦਾ ਕਿਉਂਕਿ ਮੇਰਾ ਬੇਟਾ ਖੁਦ ਐਕਟਰ ਹੈ। ਔਰ ਉਹਦੇ ਵਿੱਚ ਆਲਮੋਸਟ 100% ਆਫ ਦ ਟਾਈਮ ਹਰੇਕ ਬੰਦੇ ਨੇ ਐਕਟਿੰਗ ਇਹੀ ਕੀਤੀ ਹੈ ਕਿ ਇੱਕ ਕੁੱਬਾ ਜਿਹਾ ਹੋਇਆ ਸਰੀਰ, ਜਿਹਦੇ ਕੋਲੋਂ ਤੁਰਿਆ ਵੀ ਨਹੀਂ ਜਾ ਰਿਹਾ, ਤੇ ਉਹਦੇ ਕੋਲੋਂ ਬੋਲਿਆ ਵੀ ਨਹੀਂ ਜਾ ਰਿਹਾ, ਤੇ ਸੁਣਿਆ ਵੀ ਨਹੀਂ ਜਾ ਰਿਹਾ, ਹਾਂਜੀ, ਤੇ ਉਹ 5 ਮੀਟਰ ਦੇ ਲੰਘਣ ਦੇ ਵਿੱਚ ਹੀ ਬੜੀ ਮੁਸ਼ਕਿਲ 'ਚ ਪੁੱਜਦਾ, ਹਾਂਜੀ। ਇਹੀ ਉਹ ਜਦੋਂ ਇਹੀ ਇੱਕ ਰਿਪਰੈਜ਼ੈਂਟੇਸ਼ਨ ਕੀਤੀ ਜਾਂਦੀ ਹੈ ਕਿ ਬੁੱਢਾ, ਜੇ ਅਸੀਂ ਕਿਸੇ ਨੂੰ ਕਹੀ ਕਿ ਬੁੱਢੇ ਦੀ ਫੋਟੋ ਪਾਓ, ਤੇ ਉਹ ਵੀ ਚਾਂਸ ਇਹੀ ਨੇ ਕਿ ਬੜਾ ਝੁਰੜੀਆਂ ਵਾਲਾ ਚਿਹਰਾ ਤੇ ਜਾਂ ਕਿਸੇ ਹੋਰ ਕਿਸਮ ਦਾ ਇਹੀ ਬਣੇਗਾ। ਪਰ ਜਦੋਂ ਮੈਂ ਉਹਨਾਂ ਨੂੰ ਇਹ ਫਿਰ ਕਹਿ ਦਿੰਦਾ ਕਿ ਮੈਂ ਇਹ ਤੂੰ ਬੁੱਢੇ ਦੀ ਜਿਹੜੀ ਕੀਤੀ ਐਕਟਿੰਗ, ਤੁਹਾਨੂੰ ਕੀ ਲੱਗਦਾ ਮੈਂ ਬੁੱਢਾ ਹਾਂ ਕਿ ਨਹੀਂ? ਹਾਂ ਤੂੰ ਬੁੱਢਾ ਹੈ। ਤੇ ਮੈਂ ਕਿਹਾ ਤੂੰ ਮੇਰੇ ਵਰਗੀ ਕਿਉਂ ਨਹੀਂ ਐਕਟਿੰਗ ਕੀਤੀ? ਮੈਂ ਇੰਝ ਤੁਰਦਾ ਪਿਆ ਕਲਾਸ 'ਚ, ਮੈਂ ਇੰਝ ਬੋਲਦਾ ਪਿਆ ਵਾਂ। ਨਹੀਂ, ਉਹ ਤੁਸੀਂ ਇੰਨੇ ਬੁੱਢੇ ਨਹੀਂ ਹੋ, ਹਾਲੀ ਨਹੀਂ ਹੋ। ਉਹ ਮਤਲਬ ਕਿ ਬੁਢੇਪੇ ਦੇ ਵਿੱਚ ਫਿਰ ਪੂਰੀ ਰੇਂਜ ਆਉਣੀ ਸ਼ੁਰੂ ਹੁੰਦੀ। ਪਰ ਜਦੋਂ ਅਸੀਂ ਬੁਢੇਪੇ ਦੇ ਵਿਰੁੱਧ ਰਿਐਕਟ ਕਰਦੇ ਹਾਂ, ਹਾਂਜੀ, ਤੇ ਉਹਦੇ ਵਿੱਚ ਫਿਰ ਅਸੀਂ ਇਹ ਕਹਿੰਦੇ ਹਾਂ ਕਿ ਨਹੀਂ ਮੈਂ ਬੁੱਢਾ ਨਹੀਂ, ਮੈਂ ਜਵਾਨ ਹਾਂ। ਉਹਦਾ ਕੀ ਮਤਲਬ ਹੁੰਦਾ? ਜੇ ਜਦੋਂ ਮੈਂ 62 ਸਾਲ ਦਾ ਸਾਂ, ਤੇ ਜਿਵੇਂ ਕਹਾਂ ਨਹੀਂ ਮੈਂ ਤਾਂ 26 ਸਾਲ ਦਾ, ਪੁੱਠਾ ਕਰਕੇ ਗਿਣਤੀ, ਉਹ ਕੋਈ ਗੱਲ ਬਣਦੀ ਨਹੀਂ। ਤੇ ਉਹਨੂੰ ਢੱਕਣ ਦੇ ਲਈ ਕਿ ਮੈਂ ਆਪਣੇ ਆਪ ਨੂੰ ਕੀ ਕਰਦਾ ਪਿਆ, ਮੈਂ ਆਪਣੇ ਆਪ ਨੂੰ ਕਿਸ ਚਿਹਰੇ ਨੂੰ ਮੈਂ ਦੇਖ ਸਕਦਾ ਕਿ ਨਹੀਂ, ਬੜਾ ਕੁਝ ਅਵੇਲੇਬਲ ਹੈ। ਮੈਂ ਚਾਹਵਾਂ ਤੇ ਮੈਂ ਕਾਲੇ ਵਾਲ ਕਰ ਸਕਦਾ ਵਾਂ, ਕਾਲੀ ਦਾੜੀ ਕਰ ਸਕਦਾ ਵਾਂ, ਤੇ ਜਿਹਦੇ ਨਾਲ ਮੈਨੂੰ ਇੰਝ ਲੱਗੇ ਕਿ ਜਿਹੋ ਜਿਹਾ ਮੈਂ ਲੱਗਣਾ ਚਾਹੁੰਦਾ।
ਉਹ ਕੁਝ ਮਿੰਟਾਂ ਲਈ ਤੇ ਮੈਂ ਦੂਜਿਆਂ ਨੂੰ ਥੋੜੀ ਦੇਰ ਲਈ ਭੁਲੇਖੇ 'ਚ ਪਾ ਸਕਦਾ, ਪਰ ਪਤਾ ਸਭ ਨੂੰ ਹੀ ਹੁੰਦਾ ਹੈ ਕਿ ਕਿੰਨੇ ਵਾਲ ਲੱਗੇ ਨੇ ਤੇ ਕਿੰਨੇ ਨਹੀਂ ਲੱਗੇ, ਜਾਂ ਕਿੰਨੇ ਬੋਟਕਸ ਦਾ ਇੰਜੈਕਸ਼ਨ ਲਵਾਇਆ ਤੇ ਕਿੰਨੇ ਉਹ ਫਿਲਰਸ ਪਵਾਏ ਹੋਏ ਨੇ। ਸੋ ਪਰ ਜੇ ਤੁਹਾਨੂੰ ਚੰਗਾ ਲੱਗਦਾ ਤੇ ਕਰੀ ਚਲੋ। ਪਰ ਬੁਢੇਪੇ ਦੀਆਂ ਨਿਸ਼ਾਨੀਆਂ ਫਿਰ ਕੀ ਨੇ? ਜਦੋਂ ਅਸੀਂ ਬੁੱਢੇ ਹੁੰਦੇ ਹਾਂ ਉਹਦੇ ਵਿੱਚ ਸਰੀਰ 'ਚ ਤਬਦੀਲੀਆਂ ਤੇ ਆਉਂਦੀਆਂ, ਸਾਨੂੰ ਸਾਰਿਆਂ ਨੂੰ ਪਤਾ ਹੈ, ਤੇ ਉਹ ਤਬਦੀਲੀਆਂ ਵੀ ਜ਼ਿਆਦਾ ਨੈਗੇਟਿਵ ਹੀ ਆਉਂਦੀਆਂ। ਸਾਰੀ ਇਹ ਜਿਹੜਾ ਰਸਤਾ ਵੈ ਇਹ ਡਾਊਨ ਹਿਲ, ਥੱਲੇ ਨੂੰ ਜਾ ਰਿਹਾ ਰਸਤਾ ਹੈ, ਕਿ ਜਿਹਦੇ ਵਿੱਚ ਜੇ ਅਸੀਂ ਸਾਇੰਸ ਦੀ ਭਾਸ਼ਾ 'ਚ ਵੀ ਕਹਿੰਦੇ ਹਾਂ ਕਿ ਏਜਿੰਗ ਇਜ਼ ਅ ਪ੍ਰੋਗਰੈਸਿਵ ਲਾਸ ਆਫ ਫੰਕਸ਼ਨ, ਹਾਂਜੀ, ਐਂਡ ਚਾਂਸਿਸ ਆਫ ਇਨਕਰੀਜ਼ਡ ਡੈਥ, ਕਿ ਇਹ ਪ੍ਰੋਗਰੈਸਿਵ ਤੇ ਐਕਸਪੋਨੈਂਸ਼ੀਅਲ ਹੈ, ਕਿ ਹੋ ਰਹੀ ਹੈ ਵੱਧ ਤੋਂ ਵੱਧ ਸਰੀਰ ਦੇ ਹਰ ਹਿੱਸੇ ਵਿੱਚ, ਤੇ ਐਕਸਪੋਨੈਂਸ਼ੀਅਲ ਤਰੀਕੇ ਨਾਲ ਹੋ ਰਹੀ ਹੈ, ਕਿ ਜੋ ਪਹਿਲੇ ਹੋਇਆ ਉਹਦੇ ਉੱਤੇ ਹੋਰ ਹੁੰਦਾ, ਤੇ ਇਹ ਅੰਦਰੋਂ ਹੋ ਰਹੀ ਹੈ। ਬਾਹਰ ਦੀਆਂ ਚੀਜ਼ਾਂ ਉਹਦੇ ਤੇ ਫਰਕ ਤੇ ਪਾਉਣਗੀਆਂ ਕਿ ਘੱਟ ਕਿਵੇਂ ਹੁੰਦੀ ਹੈ ਤੇ ਵੱਧ, ਪਰ ਬੇਸਿਕਲੀ ਅੰਦਰੋਂ ਹੋ ਰਹੀ ਹੈ, ਕਿਉਂਕਿ ਹੋਮਿਓਡਾਇਨਾਮਿਕ ਸਪੇਸ ਦੇ ਜਿਹੜੇ ਸਾਰੇ 2000 ਜੀਨਸ ਨੇ ਜਾਂ ਕੁਝ ਨੇ ਉਹ ਪਰਫੈਕਟ ਨਹੀਂ ਨੇ। ਪਰ ਇਹਦੇ ਵਿੱਚ ਹੁਣ ਇੱਕ ਹੋਰ ਬੜੀ ਚੰਗੀ ਖਬਰ ਇਹੀ ਹੈ ਕਿ ਜਿਹੜਾ ਬੁਢੇਪੇ ਦੇ ਜਿਹੜੇ ਵੀ ਚਿੰਨ੍ਹ ਅਸੀਂ ਵਰਤੀਏ, ਭਾਵੇਂ ਉਹ ਕਿਸੇ ਜਾਨਵਰਾਂ 'ਚ ਲਈਏ, ਕਿਉਂਕਿ ਕਈ ਜਾਨਵਰਾਂ ਦੇ ਨੂੰ ਵੀ ਅਸੀਂ ਵਰਤਦੇ ਹਾਂ ਇਸੇ ਲਈ ਤਾਂ ਕਿ ਉਹਨਾਂ ਦੀ ਸਿਮਿਲੈਰਿਟੀਜ਼ ਨੇ, ਉਹਨਾਂ ਦੀ ਵਿੱਚ ਵੀ ਚੇਂਜਸ ਉਹੀ ਹੁੰਦੀ ਹੈ ਜੋ ਸਾਡੇ ਸਰੀਰ 'ਚ, ਕਿ ਕੋਈ ਵੀ ਦੋ ਸਪੀਸੀਜ਼ ਇੱਕੋ ਤਰੀਕੇ ਨਾਲ ਬੁਢੇਪੇ ਵਿੱਚ ਨਹੀਂ ਜਿਉਂਦੀਆਂ। ਇਹ ਤਾਂ ਇੱਕ ਗੱਲ ਹੋਈ। ਇੱਕੋ ਸਪੀਸੀਜ਼ ਦੇ ਵਿੱਚ, ਮਨੁੱਖ ਦੇ ਵਿੱਚ ਹੀ, ਬੰਦਿਆਂ ਦਾ ਬੁਢੇਪਾ ਤੇ ਔਰਤਾਂ ਦਾ ਬੁਢੇਪਾ ਬੜਾ ਵੱਖ-ਵੱਖ ਹੈ। ਇੱਕੋ ਸਰੀਰ ਦੇ ਵਿੱਚ ਕੋਈ ਵੀ ਸਰੀਰ ਦੇ ਦੋ ਹਿੱਸੇ ਇੱਕੋ ਜਿਹੀ ਸਪੀਡ ਤੇ ਉਹਨਾਂ ਦਾ ਬੁਢੇਪਾ ਨਹੀਂ ਉਹਨਾਂ 'ਚ ਵੱਧਦਾ, ਹਾਂਜੀ। ਕਿ ਹੋ ਸਕਦਾ ਹੈ ਕਿ ਮੇਰੇ ਜਿਹੜੇ ਮਸਲਸ ਨੇ ਉਹ ਮੇਰੇ ਵਿੱਚ ਜ਼ਿਆਦਾ ਉਹਨਾਂ ਵਿੱਚ ਤਬਦੀਲੀਆਂ ਆ ਗਈਆਂ ਹੋਣ ਬਨਿਸਬਤ ਕਿ ਮੇਰੇ ਦਿਮਾਗ ਦੇ ਜਾਂ ਮੇਰੇ ਦਿਲ ਦੇ, ਹਾਂਜੀ। ਜਿਵੇਂ ਇੱਕ ਸਿੰਪਲ ਜੀ ਗੱਲ ਲੈ ਲਓ ਕਿ ਈਵਨ ਇੱਕ ਸਰੀਰ ਦੇ ਹਿੱਸੇ ਵਿੱਚ ਵੀ ਉਹੀ ਤਬਦੀਲੀਆਂ ਬੜੀਆਂ ਵੱਖ-ਵੱਖ ਸਪੀਡ ਤੇ ਵੱਖ-ਵੱਖ ਰੇਟ ਤੇ ਹੁੰਦੀਆਂ। ਹੁਣ ਇਹ ਜਿਵੇਂ ਵਾਲਾਂ ਦੀ ਗੱਲ ਲੈ ਲਈਏ, ਇਹ ਇੱਕੋ ਹੀ ਕਿਸਮ ਦਾ ਸੈੱਲ ਹੈ, ਇਹ ਮੂੰਹ ਦਾ ਇਲਾਕਾ ਇੱਕੋ ਹੀ ਕਿਸਮ ਦਾ ਏਰੀਆ ਬਾਡੀ ਦਾ, ਪਰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਮੇਰੀ ਦਾੜ੍ਹੀ ਆਲਮੋਸਟ ਚਿੱਟੀ ਹੋ ਗਈ ਹੋਈ ਹੈ, ਮੇਰੇ ਸਿਰ ਦੇ ਵਾਲ ਹਾਲੀ ਥੋੜ੍ਹੇ ਮਿਕਸ ਨੇ ਉਹਨਾਂ ਵਿੱਚ ਕਾਲੇ, ਮੇਰੇ ਭਰਵੱਟਿਆਂ 'ਚ ਹਾਲੀ ਮਸਾਂ ਕੋਈ ਇੱਕ ਅੱਧਾ ਕਦੇ ਆਉਣਾ ਸ਼ੁਰੂ ਹੋਇਆ। ਸੋ ਰੇਟ ਆਫ ਏਜਿੰਗ ਜਿਹੜਾ ਨਾ ਉਹ ਇੱਕ ਸਰੀਰ ਦੇ ਵਿੱਚ ਵੀ ਵੱਖ-ਵੱਖ ਹੋ ਰਿਹਾ। ਹਾਲੀ ਇਹਦੇ ਵਿੱਚ ਮੈਂ ਬ੍ਰੇਨ ਦੀ ਤੇ ਮਾਨਸਿਕਤਾ ਦੀ ਤੇ ਗੱਲ ਹੀ ਨਹੀਂ ਲਿਆ ਰਿਹਾ, ਕਿ ਤੁਸੀਂ ਜਿਹੜਾ ਵੀ ਕੋਈ ਚੀਜ਼ ਮੈਜ਼ਰ ਕਰੋਗੇ ਉਹਨੂੰ ਸਰੀਰ ਦੇ ਅੰਗਾਂ ਦੇ ਉੱਤੇ, ਇਮਿਊਨ ਸਿਸਟਮ, ਮੈਮਰੀ, ਲਿਵਰ ਐਕਸ਼ਨ, ਹਾਰਟ ਐਕਸ਼ਨ, ਉਹ ਹਰੇਕ ਦਾ ਵੱਖ-ਵੱਖ ਲੈਵਲ ਤੇ ਹੋ ਰਿਹਾ ਹੁੰਦਾ। ਐਵਰੇਜਸ ਦੀ ਗੱਲ ਕਿਉਂਕਿ ਸਾਇੰਸ ਕਰਦੀ ਹੈ, ਇਸ ਲਈ ਉਹਦੇ ਵਿੱਚ ਅਸੀਂ ਲੱਭ ਲੈਂਦੇ ਹਾਂ ਕਿ ਇਹ ਜਿਹੜਾ ਵਾ ਨਾ ਬਲੱਡ ਪ੍ਰੈਸ਼ਰ ਹੁਣ ਉੱਤੇ ਜਾਣਾ ਸ਼ੁਰੂ ਹੋ ਗਿਆ, ਪਰ ਉਹ ਜ਼ਰੂਰੀ ਨਹੀਂ ਕਿ ਹਰੇਕ ਬੰਦੇ 'ਚ ਉਸੇ ਹੀ ਸਮੇਂ ਹੋਵੇ। ਉਹ 'ਚ ਇੰਨੀ ਨਹੀਂ ਪਈ ਹੋਈ ਕਿ ਵੀ ਜੇ ਸ਼ੂਗਰ ਹੋਣੀ ਹੈ ਜਿਹੜੀ ਟਾਈਪ 2 ਉਹ 20 ਸਾਲ ਦੇ ਵਿੱਚ ਹੀ ਹੋ ਜਾਏ। ਹਾਂ, ਉਹ ਵੀ ਕਿਸੇ ਖਾਸ ਹਾਲਤਾਂ 'ਚ ਹੋ ਸਕਦੀ ਹੈ, ਜਾਂ ਦਿਲ ਦੀਆਂ ਪ੍ਰੋਬਲਮਸ ਵੀ ਆ ਸਕਦੀਆਂ, ਪਰ ਉਹ ਇੱਕ ਬੋਡੀ ਕਿਹੋ ਜਿਹੀ ਬਣੀ ਹੈ ਉਹਦੇ ਸੀਕਵੈਂਸ। ਪਰ ਮੈਸੇਜ ਜਿਹੜਾ ਮੈਂ ਇੱਥੇ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਕੋਈ ਦੋ ਮਨੁੱਖ ਇੱਕੋ ਤਰੀਕੇ ਨਾਲ ਬਜ਼ੁਰਗ ਨਹੀਂ ਹੁੰਦੇ, ਕੋਈ ਦੋ ਸਰੀਰ ਦੇ ਹਿੱਸੇ ਇੱਕੋ ਤਰੀਕੇ ਨਾਲ ਬੁੱਢੇ ਨਹੀਂ ਹੁੰਦੇ, ਕੋਈ ਦੋ ਸੈੱਲ ਇੱਕੋ ਜਿਹੇ ਬੁੱਢੇ ਨਹੀਂ ਹੁੰਦੇ, ਕੋਈ ਸੈੱਲਾਂ ਦੇ ਵਿੱਚ ਦੀਆਂ ਚੀਜ਼ਾਂ DNA, RNA, ਪ੍ਰੋਟੀਨ ਉਹ ਇੱਕੋ ਜਿਹੀਆਂ ਨਹੀਂ ਹੁੰਦੀਆਂ ਬੁੱਢੀਆਂ। ਹੁਣ ਇਹ ਜਿਹੜੀ ਹੈਟਰੋਜੀਨੇਟੀ ਇਹਨੂੰ ਅਸੀਂ ਕਹਿੰਦੇ ਹਾਂ ਕਿ ਇੰਨੀ ਹੈਟਰੋਜੀਨੇਟੀ ਹੈ ਨਾ ਏਜਿੰਗ ਦੀ, ਇਹਦਾ ਇੱਕ ਬੜਾ ਇੰਪੋਰਟੈਂਟ ਮੈਸੇਜ ਹੈ, ਉਸੇ ਸਮੇਂ ਦਾ ਹੀ ਮੈਸੇਜ ਹੈ। ਉਹ ਮੈਸੇਜ ਇਹ ਹੈ ਕਿ ਜੇ ਕੋਈ ਤੁਹਾਨੂੰ ਇਹ ਕਹਿੰਦਾ ਨਾ ਕਿ ਮੈਂ ਫਿਰ ਇਹ ਜਾਦੂ ਦੀ ਪੁੜੀ ਬਣਾਉਣੀ ਹੈ ਜਾਂ ਕੋਈ ਦਵਾਈ ਵੀ ਬਣਾਉਣੀ ਹੈ ਜਾਂ ਗੋਲੀ, ਕੋਈ ਸਾਇੰਸਦਾਨ ਵੀ ਕਹਿੰਦਾ ਜਾਂ ਕੁਝ ਕਹਿੰਦਾ ਕਿ ਜਿਹੜੀ ਤੁਹਾਨੂੰ ਜਵਾਨ ਕਰ ਦੇਗੀ, ਉਹ ਜਾਂ ਤਾਂ ਬਿਲਕੁਲ ਹੀ ਜਿਹਨੂੰ ਕਹਿੰਦਾ ਅਣਜਾਣ ਹੈ, ਇਗਨੋਰੈਂਟ ਹੈ, ਤੇ ਜਾਂ ਬਹੁਤ ਚਾਲੂ ਬੰਦਾ ਹੈ। ਅਤੇ ਆਮ ਤੌਰ 'ਤੇ ਉਹ ਇਗਨੋਰੈਂਟ ਨਹੀਂ ਹੁੰਦੇ, ਉਹਨਾਂ ਨੂੰ ਪਤਾ ਹੁੰਦਾ, ਕਿਉਂਕਿ ਉਹ ਪਰ ਉਹਨਾਂ ਨੇ ਵੇਚਣਾ ਹੁੰਦਾ ਕੋਈ ਚੀਜ਼ ਗੱਲ ਕਿ ਇੱਕੋ ਗੋਲੀ ਸਾਡੇ ਸਰੀਰ ਦੇ ਹਰ ਤਰ੍ਹਾਂ ਦੇ ਸੈੱਲਾਂ ਉੱਤੇ 200 ਤਰ੍ਹਾਂ ਦੇ ਸੈੱਲ ਟਾਈਪਸ ਨੇ, ਲੱਖਾਂ ਤਰ੍ਹਾਂ ਦੇ ਸਾਡੇ ਵਿੱਚ ਕੈਮੀਕਲਸ ਨੇ, ਉਹਨਾਂ ਨੂੰ ਠੀਕ ਕਰ ਦੇਗੀ ਜਾਂ ਉਹਨਾਂ ਨੂੰ ਰੋਕ ਲਏਗੀ ਜਾਂ ਉਹਨਾਂ ਨੂੰ ਕਰੇਗੀ। ਸੋ ਇਹ ਤਾਂ ਨਹੀਂ ਜੇ ਹੁੰਦਾ, ਇਹ ਡਿਪੈਂਡ ਕਰਦਾ ਕਿ ਬਈ ਹਾਂ ਸਾਡੇ ਕੋਲ ਬਹੁਤ ਤਰੀਕੇ ਹੈਗੇ ਨੇ ਕਿ ਸਾਡੀਆਂ ਕੋਈ ਨਾ ਕੋਈ ਚੀਜ਼ਾਂ ਨੂੰ ਅਸੀਂ ਇੰਟਰਫੇਅਰ ਕਰ ਸਕਦੇ ਹਾਂ। ਅਗਲੇ ਉਹ ਵੀ ਗੱਲਾਂ ਕਰਾਂਗੇ, ਪਰ ਮੇਨ ਗੱਲ ਜਿਹੜੀ ਆ ਫਿਰ ਸਾਇੰਸ ਜਿਹੜੀ ਆ ਨਾ ਉਸ, ਕਿਉਂਕਿ ਫੈਕਟਸ ਨੂੰ ਇੰਨਾ ਸਾਹਮਣੇ ਸਾਨੂੰ ਫੇਸ ਟੂ ਫੇਸ ਫੈਕਟਸ ਨਾਲ ਕਰ ਦਿੰਦੀ ਹੈ, ਉਹਦਾ ਪ੍ਰਤੱਖ ਹੋਣਾ ਪੈਂਦਾ ਹੈ, ਕਿ ਬੜਾ ਡਿਪਰੈਸਿੰਗ ਗੱਲ ਹੈ ਕਿ ਬੁਢੇਪੇ ਦੇ ਵਿੱਚ ਸਰੀਰਕ ਪੱਖੋਂ
ਮੈਂ ਤੇ ਤੁਹਾਨੂੰ ਕੋਈ ਇਹ ਐਗਜ਼ਾਮਪਲ ਨਹੀਂ ਦੇ ਸਕਦਾ ਜਿਹੜੀ ਕੋਈ ਵਧੀਆ ਹੋ ਜਾਂਦੀ ਹੈ ਕਿ ਅਸੀਂ ਬੁਢੇਪੇ ਨਾਲ ਜਿਹੜੀ ਇੰਪਰੂਵ ਹੁੰਦੀ ਹੈ। ਜਿਹੜੀ ਵੀ ਤੁਸੀਂ ਐਗਜ਼ਾਮਪਲ ਸੋਚੋਗੇ ਸ਼ਾਇਦ ਉਹ ਸਮਾਜਿਕ ਹੀ ਹੋਏਗੀ। ਇੰਪਰੂਵਮੈਂਟ ਸਰੀਰ ਦੇ ਵਿੱਚ ਬੁਢੇਪੇ ਨਾਲ ਕਿਸੇ ਚੀਜ਼ ਦੀ ਨਹੀਂ ਹੁੰਦੀ। ਬੁਢੇਪੇ ਦੇ ਵਿੱਚ ਸਰੀਰ ਕੋਸ਼ਿਸ਼ ਤੇ ਕਰਦਾ ਆਪਣੇ ਆਪ ਨੂੰ ਜਿਉਂਦਾ ਰੱਖਣ ਦਾ, ਤੇ ਕਈ ਵਾਰ ਚੀਜ਼ਾਂ ਵਧਾਉਣੀਆਂ ਘਟਾਉਣੀਆਂ ਉਹਦੇ ਲਈ ਜ਼ਰੂਰੀ ਹੁੰਦੀਆਂ, ਪਰ ਕੋਈ ਵੀ ਚੀਜ਼ ਇੰਪਰੂਵ ਨਹੀਂ ਜੇ ਹੁੰਦੀ। ਇੰਪਰੂਵ ਹੁੰਦੇ ਨੇ ਕੀ? ਕੈਂਸਰ ਸੈੱਲਾਂ ਦੀ ਗਰੋਥ, ਕਿ ਜੇ ਕੈਂਸਰ ਜਿਹੜਾ ਵੱਧਦਾ ਪਿਆ ਨਾ ਉਹ ਜਦੋਂ ਬੁਢੇਪੇ ਦੇ ਵਿੱਚ ਜ਼ਿਆਦਾ ਵਧੀਆ ਵਧਣ ਲੱਗ ਪੈਂਦਾ। ਸੋ ਜੇ ਸੈੱਲਾਂ ਦੀ ਡਿਵੀਜ਼ਨ ਨੂੰ ਅਸੀਂ ਵਧੀਆ ਕਹੀਏ ਤੇ ਫਿਰ ਕੈਂਸਰ ਦੀ ਡਿਵੀਜ਼ਨ ਬੜੀ ਵਧੀਆ ਹੁੰਦੀ ਹੈ। ਹਾਂ, ਵਾਲ ਕਈ ਵਾਰ ਉੱਗਣੇ ਸ਼ੁਰੂ ਹੋ ਜਾਂਦੇ ਨੇ ਗਲਤ ਥਾਵਾਂ ਤੇ, ਜਿਹੜੇ ਨਹੀਂ ਉੱਗਣੇ ਹੁੰਦੇ ਉਹ ਕੰਨਾਂ 'ਚ ਉੱਗਣੇ ਸ਼ੁਰੂ ਹੋ ਜਾਂਦੇ, ਉਹ ਡਿਸਰੈਗੂਲੇਸ਼ਨ ਦੀ ਗੱਲ ਹੁੰਦੀ ਹੈ। ਸੋ ਇਹ ਕਹਿਣਾ ਮੇਰਾ ਵੀ ਬੜਾ ਜੀਅ ਕਰਦਾ ਹੈ ਕਹਿਣ ਨੂੰ ਕਿ ਕੋਈ ਯਾਰ ਮੈਂ ਚੰਗੀ ਖਬਰ ਵੀ ਦੇਵਾਂ ਕਿ ਬੁਢੇਪੇ ਦੇ ਵਿੱਚ ਸਰੀਰਕ ਪੱਧਰ ਤੇ ਕੀ ਇੰਪਰੂਵ ਹੁੰਦਾ। ਕਈ ਵਾਰ ਅਸੀਂ ਫੰਕਸ਼ਨਲ ਪੱਧਰ ਤੇ ਨਾ, ਹਾਲੇ ਵੀ ਮੈਂ ਸਮਾਜ ਦੇ ਵਿੱਚ ਨਹੀਂ ਜਾਣ ਨੂੰ ਤਿਆਰ ਕਿ ਵੀ ਉਹ ਸਾਨੂੰ ਸਿਆਣਪ ਆਉਂਦੀ ਹੈ ਤੇ ਫਲਾਣਾ। ਹਾਂ, ਬ੍ਰੇਨ ਦੇ ਮਾਮਲੇ, ਸਾਡੇ ਦਿਮਾਗ ਦੇ ਮਾਮਲੇ 'ਚ ਜਿਹੜਾ ਉਂਝ ਨੋਰਮਲੀ ਉਹਦੇ ਵਿੱਚ ਯਾਦ ਸ਼ਕਤੀ ਘਟਣੀ ਸ਼ੁਰੂ ਹੋ ਜਾਂਦੀ ਹੈ, ਖਾਸ ਕਰਕੇ ਨਵੀਆਂ ਯਾਦਾਂ ਬਣਾਉਣੀਆਂ ਬੜੀਆਂ ਮੁਸ਼ਕਿਲ ਹੋ ਜਾਂਦੀਆਂ, ਕੋਈ ਨਵੀਂ ਚੀਜ਼ ਸਿੱਖਣੀ ਬੜੀ ਮੁਸ਼ਕਿਲ ਹੋ ਜਾਂਦੀ ਹੈ। ਪਰ ਪੈਟਰਨ ਫਾਰਮੇਸ਼ਨ, ਪੈਟਰਨ ਆਰਗੇਨਾਈਜੇਸ਼ਨ, ਕੋਈ ਜਿਹੜੀ ਚੀਜ਼ ਦੀ ਆਦਤ ਹੈ ਉਹਨੂੰ ਉਹ ਬੜੀ ਛੇਤੀ ਦੇਖ ਸਕਦਾ। ਉਹ ਬ੍ਰੇਨ ਦਾ ਕਨੈਕਸ਼ਨ ਇਹੋ ਜਿਹੇ ਬਣਦੇ ਨੇ ਕਿ ਉਹਨੂੰ ਹਰ ਚੀਜ਼ ਇਨਫੋਰਮੇਸ਼ਨ, ਘੱਟ ਤੋਂ ਘੱਟ ਇਨਫੋਰਮੇਸ਼ਨ ਨਾਲ ਉਹ ਕਈ ਵਾਰ ਵੱਡੇ ਫੈਸਲੇ ਕਰ ਸਕਦਾ, ਜਿਹਨੂੰ ਫਿਰ ਅਸੀਂ ਐਕਸਪੀਰੀਅੰਸ ਕਹਿ ਸਕਦੇ। ਜਿਵੇਂ ਡਰਾਈਵਿੰਗ ਦੇ ਮਾਮਲੇ 'ਚ ਦੇਖਿਆ ਗਿਆ ਕਿ 80-90 ਸਾਲ ਵਾਲੇ ਮਨੁੱਖ ਵੀ ਜਿਹੜੇ ਤੇ ਡਰਾਈਵਿੰਗ ਕਰਦੇ ਰਹੇ ਨੇ ਪਿਛਲੇ 20-25-30 ਸਾਲ ਤੋਂ, ਉਹ ਜੇ ਤੇ ਉਸੇ ਇਲਾਕੇ ਵਿੱਚ ਜਿਹੜਾ ਉਹਨਾਂ ਦਾ ਰੋਜ਼ ਦਾ ਇਲਾਕਾ ਹੈ ਉਹਦੇ ਵਿੱਚ ਹੀ ਡਰਾਈਵਿੰਗ ਕਰ ਰਹੇ ਹੋਣ ਤੇ ਉਹਨਾਂ ਦੇ ਸੇਫਟੀ ਦੇ ਜਿਹੜੇ ਨੇ ਲੈਵਲ ਉਹ ਬੜੇ ਜ਼ਿਆਦਾ ਨੇ ਜਵਾਨਾਂ ਨਾਲੋਂ, ਕਿਉਂਕਿ ਉਹਨਾਂ ਨੂੰ ਇੱਕ ਪੈਟਰਨ ਰੈਕੋਗਨੀਸ਼ਨ ਦਾ ਪਤਾ ਹੈ ਆਪਣੇ ਟ੍ਰੈਫਿਕ ਵੀ ਮੇਰੇ ਇਸ ਇਲਾਕੇ 'ਚ ਕਿਵੇਂ ਮੂਵ ਕਰਦਾ, ਕਿੱਧਰੋਂ ਆਉਂਦਾ। ਉਹਨਾਂ ਦੀ ਐਕਸੀਡੈਂਟ ਦੀ ਜਿਹੜੀ ਫਰੀਕੁਐਂਸੀ ਬੜੀ ਘੱਟ ਹੈ। ਹਾਂ, ਪਰ ਜੋ ਉਸੇ ਬਜ਼ੁਰਗ ਨੂੰ ਬਿਲਕੁਲ ਕਿਸੇ ਨਵੀਂ ਥਾਂ ਤੇ ਲੈ ਜਾਓਗੇ ਜਿਹੜੀ ਉਹਨੇ ਪਹਿਲਾਂ ਨਹੀਂ ਦੇਖੀ ਤੇ ਉਹਦੇ ਐਕਸੀਡੈਂਟ ਦੇ ਚਾਂਸਸ ਜ਼ਿਆਦਾ ਵੱਧ ਜਾਂਦੇ। ਸੋ ਜੇ ਤੁਸੀਂ ਇਹ ਕੁਝ ਕਹਿਣਾ ਹੋਵੇ ਕਿ ਇੰਪਰੂਵ ਕੀ ਹੁੰਦਾ, ਹਾਂ, ਕਿਸੇ ਪੱਧਰ ਉੱਤੇ ਬ੍ਰੇਨ ਦੀ ਫੰਕਸ਼ਨਿੰਗ, ਉਹਦੇ 'ਚ ਪੈਟਰਨ ਦੇਖਣੇ, ਉਸੇ ਨੂੰ ਸ਼ਾਇਦ ਅਸੀਂ ਸਿਆਣਪ ਕਹਿੰਦੇ ਹਾਂ ਜਾਂ ਐਕਸਪੀਰੀਅੰਸ ਕਹਿੰਦੇ ਹਾਂ। ਹਾਂਜੀ, ਸੋ ਇਹ ਜਿਹੜੇ ਸਾਡਾ ਏਜਿੰਗ ਇੰਨੀ ਇੰਡੀਵਿਜੂਅਲਿਸਟਿਕ ਹੈ, ਇੰਨੀ ਪਰਸਨਲ ਹੈ, ਇੰਨੀ ਹੈਟਰੋਜੀਨਸ ਹੈ, ਉਹਦੇ ਸੋਲੂਸ਼ਨ ਵੀ ਜਿਹੜੇ ਨੇ, ਜਾਂ ਉਹਨੂੰ ਅਸੀਂ ਫਿਰ ਚੰਗਾ ਜਾਂ ਮਾੜਾ ਜੇ ਕਰਨਾ ਵੀ ਹੈ, ਜੇ ਉਹਨੂੰ ਮਿਲਣਾ ਵੀ ਹੈ, ਉਹਨੂੰ ਅਸੀਂ ਕੋਈ ਯੂਨੀਵਰਸਲ ਉਹਦੇ 'ਤੇ ਰੂਲ ਨਹੀਂ ਲਾ ਸਕਦੇ। ਉਹੀ ਜਿਵੇਂ ਕਰੋਨੇ ਦੇ ਮਾਮਲੇ 'ਤੇ ਆ ਗਿਆ ਨਾ ਕਿ ਅਸੀਂ ਸਿਰਫ ਇੱਕ ਉਮਰ ਦੇ ਨੰਬਰ ਦੇ ਨਾਲ ਫੈਸਲਾ ਨਹੀਂ ਕਰ ਸਕਦੇ ਕਿ ਇਹ ਮਨੁੱਖ ਦਾ ਸਰੀਰ ਕਿਹੋ ਜਿਹਾ ਹੈ, ਇਹ ਕਿਸ ਕਿਸਮ ਦੀ ਦਵਾਈ ਨੂੰ ਸਹਿ ਸਕਦਾ ਹੈ ਕਿ ਨਹੀਂ ਸਹਿ ਸਕਦਾ। ਉਹਦੇ ਲਈ ਸਾਨੂੰ ਬੜਾ ਕੁਝ ਹੋਰ ਮਿਲਣਾ ਪਏਗਾ। ਸਾਇੰਸ ਦੇ ਕੋਲ ਬੜੇ ਤਰੀਕੇ ਨੇ ਮਿਲਣ ਦੇ, ਉਹਨੂੰ ਅਸੀਂ ਜਿਵੇਂ ਹੋਮਿਓਡਾਇਨਾਮਿਕ ਸਪੇਸ ਦੀ ਇੱਕ ਤਰੀਕਾ ਹੁੰਦਾ ਵੈ ਰੈਜ਼ੀਲੀਅੰਸ, ਅਸੀਂ ਉਹ ਕਹਿੰਦੇ ਹਾਂ। ਦੋ ਵਰਡਸ ਅਸੀਂ ਯੂਜ਼ ਕਰਦੇ ਹਾਂ, ਰੋਬਸਟਨੈਸ ਐਂਡ ਰੈਜ਼ੀਲੀਅੰਸ। ਰੋਬਸਟਨੈਸ ਹੁੰਦੀ ਹੈ ਕਿ ਕਿੰਨਾ ਕੁ ਮੇਰੇ ਤੇ ਪ੍ਰੈਸ਼ਰ ਪੈ ਸਕਦਾ, ਭਾਵੇਂ ਫਿਜ਼ੀਕਲ, ਮੈਂਟਲ, ਇੰਟਰਨਲ, ਐਕਸਟਰਨਲ, ਕਿ ਜਿੱਥੇ ਤੱਕ ਮੈਂ ਸਹਿ ਕੇ ਫਿਰ ਮੈਂ ਢਹਿ ਜਾਵਾਂਗਾ। ਇਹ ਫਿਜ਼ਿਕਸ ਦਾ ਵੀ ਪ੍ਰਿੰਸੀਪਲ ਹੈ ਕਿ ਜਦੋਂ ਕੋਈ ਮੈਜਰ ਕਰਨਾ ਕੋਈ ਚੀਜ਼ ਕਿੰਨਾ ਭਾਰ ਸਹਿ ਸਕਦੀ, ਉਹਨੂੰ ਰੋਬਸਟਨੈਸ ਕਹਿੰਦੇ। ਤੇ ਰੈਜ਼ੀਲੀਅੰਸ ਹੁੰਦੀ ਹੈ ਕਿ ਮੈਂ ਕਿੱਥੋਂ ਤੱਕ ਕੋਈ ਚੀਜ਼ ਸਹਿ ਕੇ ਜਿਹਦਾ ਮੈਨੂੰ ਡੈਮੇਜ ਵੀ ਹੋਇਆ ਤੇ ਉਹਦੇ ਵਿੱਚੋਂ ਮੈਂ ਰਿਕਵਰ ਹੋਇਆ। ਹਾਂਜੀ, ਇਹ ਕਰੋਨਾ ਦੇ ਮਾਮਲੇ 'ਚ ਉਹੀ ਆ ਰਿਹਾ ਕਿ ਬਜ਼ੁਰਗ ਕਿਉਂ ਜ਼ਿਆਦਾ ਮਰ ਰਹੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਰੈਜ਼ੀਲੀਅੰਸ ਦੀ ਪਾਵਰ ਹੈ ਕਿ ਉਹ ਚੀਜ਼ ਉਹਨਾਂ ਨੂੰ ਡੈਮੇਜ ਤੇ ਕਰ ਰਹੀ ਹੈ, ਉਹਨਾਂ ਨੂੰ ਬਿਮਾਰੀ ਤੇ ਦੇ ਰਹੀ ਹੈ, ਪਰ ਉਹਦੇ ਵਿੱਚੋਂ ਉਹ ਨਿਕਲਣ ਜੋਗੇ ਨਹੀਂ, ਤੇ ਉਹਨਾਂ ਦੀ ਰੋਬਸਟਨੈਸ ਘਟ ਗਈ ਹੋਈ ਹੈ, ਤੇ ਉਹ ਉਨੇ ਹੀ ਲੈਵਲ ਦੀ ਬਿਮਾਰੀ ਨਾਲ ਚੱਲ ਵਸਦੇ ਨੇ ਜਿਹੜਾ ਕਿ ਇੱਕ ਜਿਹੜਾ ਵੱਡੀ ਹੋਮਿਓਡਾਇਨਾਮਿਕ ਸਪੇਸ ਵਾਲਾ ਮਨੁੱਖ ਨਹੀਂ ਚਾਹੇਗਾ। ਸੋ ਏਜਿੰਗ ਦਾ ਬਾਇਓਲੋਜੀ ਦੇ ਪੱਧਰ ਦੇ ਉੱਤੇ, ਬੁਢੇਪੇ ਦੀ ਬਾਇਓਲੋਜੀ ਦੇ ਪੱਧਰ ਉੱਤੇ ਇੱਕ ਡੈਫੀਨੇਸ਼ਨ ਜਿਹੜੀ ਮੈਂ ਹੀ ਘੜੀ ਸੀ ਤੇ ਉਹ ਜਿਹੜੀ ਬੜੀ ਪਪੂਲਰ ਚੱਲਦੀ ਹੈ ਕਿ ਏਜਿੰਗ ਇਜ਼ ਅ ਪ੍ਰੋਗਰੈਸਿਵ ਸ਼ਰਿੰਕੇਜ ਆਫ ਦ ਹੋਮਿਓਡਾਇਨਾਮਿਕ ਸਪੇਸ, ਕਿ ਉਹ ਸਪੇਸ ਜਿਹੜੀ ਹੈ ਸਾਡੀ ਜਿਉਂਦੀ ਤੇ ਰੱਖਣ ਲਈ ਹੈਗੀ ਹੈ ਕਾਫੀ, ਪਰ ਉਹਦੀ ਜਿਹੜੀ ਰੈਜ਼ੀਲੀਅੰਸ ਹੈ ਤੇ ਰੋਬਸਟਨੈਸ ਹੈ ਉਹ ਘਟਦੀ ਜਾ ਰਹੀ ਹੈ। ਇਸੇ ਲਈ ਵੱਡੀ ਉਮਰ ਦੇ ਵਿੱਚ ਕੋਈ ਇੱਕ ਝਟਕਾ ਵੀ, ਜਿਵੇਂ ਕਰੋਨੇ ਦੀ ਫੇਰ ਐਗਜ਼ਾਮਪਲ ਲੈ ਲਓ, ਜਾਂ ਨਾਰਮਲ ਫਲੂ ਦੀ, ਜਾਂ ਕਿਸੇ ਹੋਰ ਬਿਮਾਰੀ ਦੀ, ਜਾਂ ਦਿਲ ਦੇ ਸਦਮੇ ਦੀ, ਇੱਕ ਝਟਕਾ ਵੀ ਜਿਹੜਾ ਵੈ ਉਹ ਬਜ਼ੁਰਗ ਦੇ ਲਈ ਬੜਾ ਘਾਤਕ ਸਾਬਤ ਹੋ ਸਕਦਾ, ਜਿਹੜਾ ਕਿ 45 ਤੋਂ ਪਹਿਲੋਂ ਵਾਲੀ ਜਿਹੜੀ ਇਸੈਂਸ਼ੀਅਲ ਲਾਈਫ ਸਪੈਨ ਵਾਲਾ ਜੀਵ ਹੈ ਉਹ ਉਹਦੇ ਲਈ ਉਹਦੀ ਰੋਬਸਟਨੈਸ ਤੇ ਰੈਜ਼ੀਲੀਅੰਸ ਦੇ ਵਿੱਚ ਹੀ ਆਉਂਦਾ। ਇਹ ਰੋਬਸਟਨੈਸ ਤੇ ਰੈਜ਼ੀਲੀਅੰਸ ਦੀ ਵੀ ਮੈਂ ਬੋਲਣਾ ਪੰਜਾਬੀ ਚਾਹਾਂਗਾ, ਲੱਭਾਂਗਾ ਕਿ ਉਹਦੇ ਕੀ ਢੁਕਵੇਂ ਲਫ਼ਜ਼ ਨੇ। ਸੋ ਏਜਿੰਗ ਇਜ਼ ਅ ਪ੍ਰੋਗਰੈਸਿਵ ਸ਼ਰਿੰਕੇਜ ਆਫ ਦ ਹੋਮਿਓਡਾਇਨਾਮਿਕ ਸਪੇਸ, ਜਿਹਦੀ ਹੋ ਰਹੀ ਹੈ
ਬਾਇਓਕੈਮੀਕਲ ਪ੍ਰੋਸੈਸਿਸ ਕਰਕੇ, ਕਿਉਂਕਿ ਉਹ ਪਰਫੈਕਟ ਨਹੀਂ ਹੈ। ਉਹ ਪਰਫੈਕਟ ਕਿਉਂ ਨਹੀਂ ਹੈ ਉਹਦੀ ਵੀ ਗੱਲ ਕਰ ਚੁੱਕੇ ਹਾਂ ਇਵੋਲੂਸ਼ਨ ਦੀ, ਉਹਨੂੰ ਫੇਰ ਦੁਬਾਰਾ ਰਿਪੀਟ ਕਰਾਂਗੇ। ਪਰ ਅੱਜ ਦੀ ਗੱਲ ਅਸੀਂ ਇੱਥੇ ਤੱਕ ਹੀ ਸਿਰੇ ਚੜ੍ਹਾਉਂਦੇ ਹਾਂ ਕਿ ਫਿਜ਼ੀਕਲ ਜਿਹੜੇ ਸਾਇੰਸ ਨੇ ਉਹ ਸਾਰਿਆਂ ਵਿੱਚ ਹੀ ਹੁੰਦੇ ਨੇ। ਉਹ ਸਾਇੰਸ ਜਿਹੜੇ ਨੇ ਕਿਸੇ ਲੈਵਲ ਤੋਂ ਬਾਅਦ ਅਸੀਂ ਉਹਨਾਂ ਨੂੰ ਡਿਜ਼ੀਜ਼ ਦਾ ਨਾਂ ਦੇ ਦਿੰਦੇ ਹਾਂ। ਸ਼ੂਗਰ ਖਰਾਬ ਹੋਣੀ ਸਭ ਦੀ ਹੁੰਦੀ ਹੈ, ਪਰ ਜੇ ਉਹਦਾ ਲੈਵਲ ਜਿਹੜਾ ਵੈ ਅਸੀਂ ਜੇ ਹੁਣ ਹਿੰਦੁਸਤਾਨ ਦੇ ਮੈਜਰ ਦੇ ਵਿੱਚ ਕਹੀਏ ਕਿ ਬਈ 120 150 ਤੋਂ ਉੱਪਰ ਹੋਣਾ ਸ਼ੁਰੂ ਹੋ ਜਾਵੇ ਤੇ ਅਸੀਂ ਉਹਨੂੰ ਡਾਇਬੀਟਿਸ ਕਹਿ ਦਿੰਦੇ ਹਾਂ। ਪਰ ਜੇ 100 ਦੇ ਨੇੜੇ ਤੇੜੇ ਹੋਵੇ ਤਾਂ ਉਹਨੂੰ ਨਹੀਂ ਕਹਿੰਦੇ। ਹਾਂਜੀ, ਤੇ ਉਹ ਡਿਜ਼ੀਜ਼ ਤੇ ਹੈਲਥ ਦੀ ਡੈਫੀਨੇਸ਼ਨਸ ਕਿਵੇਂ ਹੈ, ਕਦੋਂ ਅਸੀਂ ਕਿਸੇ ਚੀਜ਼ ਨੂੰ ਬਿਮਾਰੀ ਕਹਿੰਦੇ ਹਾਂ ਤੇ ਕਦੋਂ ਅਸੀਂ ਉਹਨੂੰ ਸਿਰਫ ਨਾਰਮਲ ਹੈਲਥ ਲੈ ਕੇ ਕਹੀਦਾ, ਕਦੋਂ ਅਸੀਂ ਲੇਬਲ ਲਾਉਂਦੇ ਹਾਂ ਕਿ ਇਹ ਡਿਮੈਂਸ਼ੀਆ, ਇਹ ਸਤਰਿਆ ਬਤਰਿਆ ਜਿਹੜਾ ਹੋ ਗਿਆ ਵੈ ਇਹਨੂੰ ਡਿਮੈਂਸ਼ੀਆ ਵੈ, ਕਿ ਇਹਨੂੰ ਉਂਝ ਹੀ ਕਹਿੰਦੇ ਹਾਂ ਕਿ ਝੱਲ ਬਲੱਲਾ ਵੈ ਇਹ ਉਮਰ ਦਾ। ਇਹ ਸਾਰੀਆਂ ਗੱਲਾਂ ਬਹੁਤ ਹੀ ਫੈਸੀਨੇਟਿੰਗ ਨੇ, ਇਹਨਾਂ ਦੇ ਵਿੱਚ ਕਹਾਣੀਆਂ ਵੀ ਨੇ, ਸੱਭਿਆਚਾਰ ਵੀ ਹੈ, ਸਾਇੰਸ ਵੀ ਹੈ। ਪਰ ਫਿਰ ਮੈਂ ਵਕਤ ਦੀ ਥੋੜ੍ਹੀ ਜਿਹੀ ਬੰਦਸ਼ ਆਪਣੇ ਆਪ ਉੱਤੇ ਆਪੇ ਹੀ ਰੱਖਦਾ ਹੋਇਆ ਅੱਜ ਦੀ ਗੱਲ ਨੂੰ ਇੱਥੇ ਕੀ ਕਰਨਾ, ਕੱਲ ਫੇਰ ਕਰਾਂਗੇ। ਕਿ ਮੈਂ ਯਾਰ ਅੱਜ ਤੁਹਾਨੂੰ ਜ਼ਿਆਦਾ ਤਾਂ ਨਹੀਂ ਡਿਪਰੈਸ ਕਰ ਦਿੱਤਾ ਕਿ ਕੁਝ ਵੀ ਦੇਰ ਇਜ਼ ਨਥਿੰਗ ਟੂ ਲੁੱਕ ਫਾਰਵਰਡ ਟੂ, ਇਸ ਲਈ ਪਹਿਲੋਂ ਰਿਐਕਟ ਕਰਦੇ ਮੈਂ ਨਹੀਂ ਬੁੱਢਾ ਹੈਗਾ, ਕਿਉਂਕਿ ਬੁਢੇਪੇ ਦਾ ਅਗਲਾ ਕਦਮ ਜਿਹੜਾ ਉਹ ਮੌਤ ਹੈ। ਹਾਂਜੀ, ਸੋ ਇਹ ਕੋਈ ਰਿਵਰਸੀਬਲ ਪ੍ਰੋਸੈਸ ਕਿਉਂਕਿ ਨਹੀਂ ਹੈਗਾ। ਸੋ ਇਸ ਕਰਕੇ ਸਾਨੂੰ ਵਾਹਵਾ ਹੀ ਡਰ ਲੱਗਦਾ, ਅਤੇ ਮੌਤ ਤੋਂ ਤਾਂ ਬੜਾ ਹੀ ਵੱਡਾ ਡਰ ਹੈ। ਤੁਹਾਨੂੰ ਵੀ ਹੈ, ਮੈਨੂੰ ਵੀ ਹੈ, ਕਿ ਜਿਹੜਾ ਕਵੇ ਕਿ ਮੈਨੂੰ ਨਹੀਂ, ਕਿ ਮੈਂ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਤੇ ਹੀ ਪਾਈ ਹੈ। ਉਹ ਫਿਰ ਦੂਜੀ ਤੁਕ ਵੀ ਲਾਣੀ ਪੈਣੀ ਹੈ, ਮਰਨੇ ਤੇ ਹੀ ਪਾਈ ਹੈ ਪੂਰਨ ਪਰਮਾਨੰਦ। ਉਹ ਫਿਰ ਕੋਈ ਲਾਲਚ ਦੇਣਾ ਪੈਂਦਾ ਕਿ ਯਾਰ ਮਰਨ ਤੋਂ ਬਾਅਦ ਨਾ ਫਿਰ ਪਰਮਾਨੰਦ ਮਿਲੇਗਾ ਜਾਂ ਇੱਕ ਨਵੀਂ ਜ਼ਿੰਦਗੀ ਮਿਲੇਗੀ, ਨਹੀਂ ਤੇ ਮੌਤ ਦੀ ਦਹਿਸ਼ਤ ਤੇ ਬੜੀ ਭਿਅੰਕਰ ਹੈ। ਸਾਇੰਸ ਕਹੇਗੀ ਬਸ ਖਤਮ ਕੰਮ ਇਹੀ। ਪਰ ਇਹਨਾਂ ਚੀਜ਼ਾਂ ਦੀਆਂ ਹੋਰ ਗੱਲਾਂ ਕਿ ਬੁਢੇਪੇ ਦੇ ਵਿੱਚ ਫਿਰ ਕੋਈ ਚੰਗੀ ਚੀਜ਼ ਵੀ ਹੈਗੀ ਹੈ, ਉਹਨੂੰ ਕਿਵੇਂ ਦੇਖੀਏ, ਉਹਦੇ ਵੱਲ ਕਿਵੇਂ ਜਿਉਈਏ, ਹਾਊ ਟੂ ਲੁੱਕ ਫॉरवर्ड टू बिकम ओल्ड। ठीक है जी, आज की मुलाकात बस इतनी।